ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭਉ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਨ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਵ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਨਾਮ ਬੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ।
ਵਾਹਿਗੁਰੂ ਜੀ। ਦੋਹਰਾ ਸੁਣੇ ਤੁਰੰਗਣ ਬਾਰਤਾ, ਬੁੱਢੇ ਬਹੁ ਸੁਖ ਪਾਏ। ਇਹ ਸਵਾਰੇ ਗੁਰੂ ਕੇ, ਅਜ਼ਮਤ ਜੁਤ ਦਰਸਾਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਣੇ ਤੁਰੰਗਣ ਬਾਰਤਾ, ਬੁੱਢੇ ਬਹੁ ਸੁਖ ਪਾਏ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 36 ਸ਼ੁਰੂ ਕਰਦੇ ਹੋਏ ਲਿਖ ਰਹੇ ਨੇ ਕਿ ਜਦੋਂ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਘੋੜੀ ਦੀ ਉਹ ਸਾਰੀ ਵਾਰਤਾ ਸੁਣੀ ਹੈ, ਜਿਹੜਾ ਪ੍ਰਸੰਗ ਕੱਲ੍ਹ ਆਪ ਜੀ ਨੇ ਸਰਵਣ ਕੀਤਾ ਸੀ ਕਿ ਦਾਤੂ ਜੇ ਗੁਰੂ ਘਰ ਦਾ ਸਾਰਾ ਸਮਾਨ ਲੁੱਟ ਕੇ ਲੈ ਗਿਆ। ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਨੂੰ ਦੱਸਿਆ ਕਿ ਇਸ ਘੋੜੀ ਨੂੰ ਵੀ ਬੜਾ ਲਿਜਾਣ ਦਾ ਯਤਨ ਕੀਤਾ, ਪਰ ਜਿੰਨੀ ਵਾਰੀ ਚੜ੍ਹਨ ਦਾ ਯਤਨ ਕੀਤਾ ਘੋੜੀ ਨੇ ਵਗਾ ਕੇ ਥੱਲੇ ਮਾਰਿਆ, ਉਨੀ ਵਾਰੀ ਡੇਗ ਦਿੱਤਾ। ਜੇ ਹਿੱਕ ਕੇ ਫੜ ਕੇ ਲਿਜਾਣ ਦਾ ਯਤਨ ਕੀਤਾ, ਘੋੜੀ ਨੇ ਇੱਕ ਕਦਮ ਅੱਗੇ ਨਹੀਂ ਰੱਖਿਆ। ਘੋੜੀ ਉਹਦੇ ਨਾਲ ਗਈ ਨਹੀਂ, ਉਹ ਲਿਜਾ ਹੀ ਨਹੀਂ ਸਕਿਆ, ਇਸ ਕਰਕੇ ਘੋੜੀ ਛੱਡ ਗਿਆ ਹੈ। ਜਾਂ ਇਹ ਕਹਿ ਲਈਏ ਕਿ ਘੋੜੀ ਆਪਣੇ ਆਪ ਜ਼ਬਰਦਸਤੀ ਉੱਥੇ ਰਹਿ ਕੇ ਉਹਨੂੰ ਲਿਜਾਣ ਦਾ ਯਤਨ ਕੀਤਾ ਸੀ। ਹੁਣ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਸਾਰੀ ਵਾਰਤਾ ਜਦੋਂ ਘੋੜੀ ਵਾਲੀ ਸੁਣੀ ਤੇ ਅੱਗੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ, ਇਹ ਸਵਾਰੇ ਗੁਰੂ ਕੇ ਅਜ਼ਮਤ ਜੁਤ ਦਰਸਾਏ। ਇਹ ਸਾਰੀ ਵਾਰਤਾ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਖੁਸ਼ ਵੀ ਹੋਏ ਤੇ ਨਾਲੇ ਵਿਚਾਰ ਕਰਦੇ ਨੇ ਘੋੜੀ ਵੀ ਅਜ਼ਮਤ ਵਾਲੀ ਹੈ, ਇਸ ਘੋੜੀ ਤੇ ਵੀ ਗੁਰੂ ਦੀ ਕਿਰਪਾ ਹੋਊਗੀ। ਗੁਰ ਬਿਨ ਨਹੀਂ ਅਰੂੜਨ ਦੇਤ, ਯਾਤੇ ਸੋ ਤਜ ਗਇਓ ਨਿਕੇਤ। ਕਿਉਂਕਿ ਮੇਰੇ ਗੁਰੂ ਸਮਰੱਥ ਨੇ ਇੱਕ ਘੋੜੀ ਤੇ ਕਿਰਪਾ ਕਰਨ ਤੇ ਉਹ ਘੋੜੀ ਕੇਵਲ ਗੁਰੂ ਦੀ ਹੋ ਕੇ ਰਹਿ ਜਾਂਦੀ ਹੈ। ਤੇ ਜੇ ਸਿੱਖਾ ਕਿ ਤੂੰ ਫਿਰ ਮਨੁੱਖ ਹੈ, ਜੇ ਗੁਰੂ ਦਾ ਹੋਵੇ ਤੇ ਗੁਰੂ ਤੇਰਾ ਹੋ ਕੇ ਰਹਿੰਦਾ ਹੈ। ਉਸ ਘੋੜੀ ਨੇ ਆਪਣੇ ਉੱਤੇ ਚੜ੍ਹਨ ਨਹੀਂ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਵਿਚਾਰ ਕਰਦੇ ਨੇ, ਨਾਲੇ ਖੁਸ਼ ਹੋ ਰਹੇ ਨੇ ਕਿ ਇਸ ਕਰਕੇ ਘਰ ਵਿੱਚ ਛੱਡ ਗਿਆ, ਨਹੀਂ ਤੇ ਲੈ ਜਾਣਾ ਸੀ। ਅਬ ਇਸ ਕੋ ਕੀਜੈ ਸਿੰਗਾਰ, ਪ੍ਰਥਮ ਇਸ਼ਨਾਨੋ ਸੁੰਦਰ ਬਾਰ। ਹੁਣ ਬਾਬਾ ਬੁੱਢਾ ਸਾਹਿਬ ਜੀ ਨੂੰ ਉਹ ਕਾਰਨ ਮਿਲ ਗਿਆ ਕਿ ਗੁਰੂ ਸਾਹਿਬ ਜੀ ਨੂੰ ਲੱਭਣਾ ਵੀ ਹੈ, ਬਾਬਾ ਬੁੱਢਾ ਸਾਹਿਬ ਜੀ ਜਾਣਦੇ ਵੀ ਨੇ ਤੇ ਸੰਗਤਾਂ ਵਿੱਚ ਇਹ ਗੱਲ ਪ੍ਰਗਟ ਵੀ ਨਾ ਹੋਏ ਕਿ ਮੈਂ ਬਾਬਾ ਬੁੱਢਾ ਸਾਹਿਬ ਜੀ ਵਿਚਾਰਦੇ ਨੇ ਕਿ ਮੈਂ ਗੁਰੂ ਸਾਹਿਬ ਜੀ ਬਾਰੇ ਜਾਣਦਾ ਹਾਂ, ਇਹ ਸੰਗਤਾਂ ਨੂੰ ਨਾ ਪਤਾ ਲੱਗੇ। ਹੁਣ ਬਾਬਾ ਬੁੱਢਾ ਸਾਹਿਬ ਜੀ ਸਿੱਖਾਂ ਨੂੰ ਕਹਿੰਦੇ ਨੇ, ਭਾਈ ਇਸ ਘੋੜੀ ਨੂੰ ਨਵਾਓ, ਇਸ ਘੋੜੀ ਨੂੰ ਚੰਗੀ ਤਰ੍ਹਾਂ ਸ਼ਿੰਗਾਰੋ, ਧੂਪ ਦੀਪ ਚੰਦਨ ਚਚਰਾਵੋ, ਫੂਲ ਵਿਸ਼ਾਲ ਮਾਲ ਪਹਿਰਾਵੋ। ਇਸ ਘੋੜੀ ਨੂੰ ਨਵਾ ਕੇ ਇਹਦੇ ਤੇ ਸੁਗੰਧੀਆਂ ਛਿੜਕੋ, ਕਿਉਂਕਿ ਮੇਰੇ ਗੁਰੂ ਨੇ ਇਹਦੇ ਤੇ ਸਵਾਰ ਹੋ ਕੇ ਆਉਣਾ ਹੈ। ਇਸ ਘੋੜੇ ਨੂੰ ਫੁੱਲਾਂ ਦੇ ਨਾਲ ਸ਼ਿੰਗਾਰੋ, ਚੰਗੀ ਤਰ੍ਹਾਂ ਫੁੱਲਾਂ ਦੇ ਹਾਰ ਪਾਓ। ਪਾਏ ਬਸਤਨੇ ਸੁੰਦਰ ਜ਼ੇਨ,
ਕਵਕਾ ਦੇਹੋ ਮੁਹਾਰ ਨਵੀਨ, ਇਸ ਘੋੜੀ ਤੇ ਸੋਹਣੀ ਨਵੀਂ ਕਾਠੀ ਪਾਓ, ਸੋਹਣਾ ਉੱਤੇ ਕੱਪੜਾ ਪਾਓ, ਲਗਾਮ ਨੂੰ ਨਵੀਆਂ ਵਾਗਾਂ ਜਿਹੜੀਆਂ ਨੇ ਉਹ ਲਾਓ। ਸੰਗਤ ਕਰੇ ਬੇਨਤੇ ਸਾਰੇ, ਸ਼ੋਰ ਦੇਉ ਇਹ ਚਲੇ ਅਗਾਰੇ। ਹੁਣ ਸਿੱਖਾਂ ਨੇ ਉਸੇ ਤਰ੍ਹਾਂ ਕੀਤਾ ਹੈ ਕਿ ਘੋੜੀ ਨੂੰ ਸ਼ਿੰਗਾਰਿਆ ਹੈ। ਸ਼ਿੰਗਾਰਨ ਤੋਂ ਬਾਅਦ ਸਾਰੀ ਸੰਗਤ ਨੇ ਫਿਰ ਬੇਨਤੀ ਕੀਤੀ ਕਿ ਬਾਬਾ ਜੀ ਹੁਣ ਹੁਕਮ ਕਰੋ, ਦੱਸੋ। ਬਾਬਾ ਬੁੱਢਾ ਜੀ ਕਹਿੰਦੇ ਨੇ ਇਸ ਘੋੜੀ ਨੂੰ ਛੱਡ ਦਿਓ, ਘੋੜੀ ਅੱਗੇ ਅੱਗੇ ਜਾਏਗੀ, ਇਹ ਘੋੜੀ ਹੀ ਸਾਨੂੰ ਗੁਰੂ ਸਾਹਿਬ ਜੀ ਤੱਕ ਲੈ ਕੇ ਜਾਏਗੀ। ਸੰਗ ਸੰਗਤਾਂ ਗਮਣੇ ਪਾਛੇ, ਗੁਰ ਕੋ ਖੁਜਲੇ ਇਹ ਅੱਛੇ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਭਾਈ ਆਪਾਂ ਸਾਰੇ ਜਣੇ ਇਸ ਘੋੜੀ ਦੇ ਪਿੱਛੇ ਪਿੱਛੇ ਚੱਲਦੇ ਆ। ਇਸ ਘੋੜੀ ਨੇ ਆਪਣੇ ਆਪ ਹੀ ਗੁਰੂ ਸਾਹਿਬ ਜੀ ਨੂੰ ਲੱਭ ਲੈਣਾ ਹੈ, ਕਿਉਂਕਿ ਉਹ ਸਤਿਗੁਰੂ ਜੀ ਦੀ ਪਿਆਰੀ ਹੈ। ਬ੍ਰਿਧ ਕੋ ਬਾਕ ਮਾਨ ਸਭ ਲੀਨਾ, ਸਭ ਸਿੰਗਾਰ ਸ਼ਿੰਗਾਰਨ ਕੀਨਾ। ਬਾਬਾ ਬੁੱਢਾ ਸਾਹਿਬ ਜੀ ਦਾ ਇਹ ਬਚਨ ਜਿਹੜਾ ਸਾਰਿਆਂ ਨੇ ਮੰਨਿਆ, ਘੋੜੀ ਨੂੰ ਚੰਗੀ ਤਰ੍ਹਾਂ ਪਹਿਲੋਂ ਸ਼ਿੰਗਾਰਿਆ। ਦੇ ਸ਼ੋਰ ਗੁਰ ਵਹਿਰ ਤੁਰੰਗਣ, ਬਹੁਤ ਸੁੰਦਰ ਜੋ ਸਗਰੇ ਅੰਗਣ। ਫਿਰ ਸ਼ਿੰਗਾਰਨ ਤੋਂ ਬਾਅਦ ਘੋੜੀ ਨੂੰ ਫੜਿਆ ਨਹੀਂ, ਛੱਡ ਦਿੱਤਾ ਹੈ, ਪਿੰਡ ਤੋਂ ਬਾਹਰ ਕਰਕੇ ਛੱਡ ਦਿੱਤਾ ਹੈ। ਔਰ ਬੜੀ ਸੋਹਣੀ ਸ਼ਿੰਗਾਰੀ ਹੋ ਰਹੀ ਘੋੜੀ ਜਿਹੜੀ ਫਿਰ ਅੱਗੇ ਨੂੰ ਚੱਲ ਪਈ। ਸਣੇ ਸਣੇ ਚੱਲ ਸਹਿਜ ਸੁਭਾਏ, ਪਿੱਛੇ ਸਗਰੇ ਸੰਗਤ ਜਾਏ। ਔਰ ਘੋੜੀ ਹੋਵੇ ਖੁੱਲੀ ਛੱਡੀ ਹੋਵੇ, ਪਿੱਛੇ ਸੰਗਤ ਹੋਵੇ, ਇਹ ਕਹਿੰਦੇ ਕਿ ਪਿੱਛੇ ਭੀੜ ਹੋਵੇ, ਇਕੱਠ ਹੋਵੇ। ਤਾਂ ਘੋੜੀ ਅਕਸਰ ਦੌੜਦੀ ਹੈ, ਭੱਜਦੀ ਹੈ, ਪਰ ਇਹ ਸਤਿਗੁਰੂ ਦੀ ਘੋੜੀ ਬੜੀ ਸਹਿਜ ਸਹਿਜ ਸਣੇ ਸਣੇ ਹੌਲੀ ਹੌਲੀ ਚੱਲਦੀ ਹੈ ਕਿ ਪਿੱਛੇ ਸੰਗਤ ਵੀ ਆ ਰਹੀ, ਸੰਗਤ ਪਿੱਛੇ ਜਾ ਰਹੀ ਹੈ। ਬੁੱਢੇ ਆਦਿਕ ਸਿੱਖ ਸਮਝਾਏ, ਅਵਲੋਕਤ ਬੜਵਾ ਬਿਸਮਾਏ। ਕਿ ਸਾਰੇ ਸੰਗਤ ਵੇਖ ਰਹੀ, ਬੜੀ ਹੈਰਾਨ ਹੋ ਰਹੀ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਇਸ ਘੋੜੀ ਨੂੰ ਕੁਛ ਸਿਖਾਇਆ ਤੇ ਨਹੀਂ, ਕਿ ਗੁਰੂ ਸਾਹਿਬ ਜੀ ਨੇ ਸਿਖਾ ਦਿੱਤਾ ਹੈ। ਨਾਲੇ ਪਿੱਛੇ ਪਿੱਛੇ ਚੱਲ ਰਹੇ ਨੇ, ਨਾਲੇ ਬੜੇ ਹੈਰਾਨ ਹੋ ਰਹੇ ਨੇ। ਕਿਤੇ ਰਖਾ ਉੱਚੋ ਕਰੈ, ਕਿਤ ਚੰਚਲਤਾ ਜੁਤ ਪੱਗ ਧਰੈ। ਹੁਣ ਗੋਬਿੰਦਵਾਲ ਸਾਹਿਬ ਤੋਂ ਚੱਲੀ ਹੈ, ਬਾਸਰ ਕੇ ਪਿੰਡ ਵਾਲੇ ਰਸਤੇ ਚੱਲ ਪਈ, ਔਰ ਫਾਸਲਾ ਕਾਫੀ ਹੈ। ਘੋੜੀ ਹੌਲੀ ਹੌਲੀ ਚੱਲਦੀ, ਵਿੱਚੋਂ ਵਿੱਚ ਕਦੇ ਕਦੇ ਹਿੜਕਦੀ ਵੀ ਹੈ, ਕਦੇ ਕਦੇ ਚੰਚਲ ਹੁੰਦੀ, ਥੋੜ੍ਹੀ ਜਿਹੀ ਤੇਜ਼ ਵੀ ਹੁੰਦੀ ਹੈ। ਪਿੱਛੇ ਸੰਗਤਾਂ ਫਿਰ ਭੱਜ ਕੇ ਰਲਦੀਆਂ ਨੇ। ਕਿਤਕ ਦੂਰ ਤੇ ਕੋਸ਼ਟ ਦੇਖਾ, ਥਿਤ ਹੈ ਉੱਚੋ ਕੀਨ ਰੇਖਾ। ਪਿੰਡ ਬਾਸਰ ਕੇ ਦੇ ਨੇੜੇ ਜਦੋਂ ਘੋੜੀ ਪਹੁੰਚੀ ਹੈ, ਦੂਰ ਤੋਂ ਉਹ ਕੱਚਾ ਕੋਠਾ ਵੇਖਿਆ, ਔਰ ਉਸ ਕੱਚੇ ਕੋਠੇ ਨੂੰ ਦੂਰੋਂ ਵੇਖ ਕੇ ਘੋੜੀ ਜ਼ੋਰ ਦੇ ਇੱਕ ਵਾਰੀ ਹਿਣਕਦੀ ਹੈ। ਬਹੁਰ ਅਗਾਰੇ ਕੀਨ ਪਿਆਨਾ, ਗਏ ਤਾਹ ਕੋਸ਼ਟ ਜਿਸ ਥਾਨਾ। ਬਸ ਉਸ ਕੋਠੇ ਨੂੰ ਵੇਖਦੇ ਨਾਲੇ ਤੇ ਹਿਣਕੀ, ਪਿੱਛੇ ਸਹਿਜ ਸਹਿਜ ਹੌਲੀ ਹੌਲੀ ਆਈ, ਕੋਠੇ ਨੂੰ ਵੇਖ ਕੇ ਭੱਜ ਪਈ ਕਿ ਛੇਤੀ ਦੇ ਨਾਲ ਉਸ ਕੋਠੇ ਵਾਲੀ ਥਾਂ ਤੇ ਘੋੜੀ ਪਹੁੰਚ ਗਈ। ਦੂਰ ਦੂਰ ਫਿਰ ਚਹੁੰਦਸ ਤਾਹੀ, ਪੁਣਦਰ ਦਿਸ ਗਮਣੀ ਹੋਏ ਪਾਹੀ। ਉਹ ਘੋੜੇ ਕੋਠੇ ਤੋਂ ਦੂਰ ਹੋ ਕੇ ਕੋਠੇ ਤੇ 4 ਸਫੇਰੇ ਉਹਨੇ ਪਰਿਕਰਮਾ ਕੀਤੀ ਹੈ, ਕੁੱਪੀ 4 ਸਫੇਰੇ। ਫਿਰ ਕੋਠੇ ਦਾ ਜਿਹੜੇ ਪਾਸੇ ਦਰਵਾਜ਼ਾ ਸੀ, ਅੱਗੇ ਕੱਚੀਆਂ ਇੱਟਾਂ ਲਾ ਕੇ ਉਹਨੂੰ ਚੜਿਆ ਹੋਇਆ ਸੀ, ਉਸ ਦਰਵਾਜ਼ੇ ਵਾਲੇ ਪਾਸੇ ਪਹੁੰਚਦੀ ਹੈ। ਤਾਹ ਪਹੁੰਚ ਕਰ ਸੀਸ ਝੁਕਾਵਾ, ਪੁੜ ਉੱਚੇ ਹੇਹ ਨਾਟ ਸੁਡਾਵਾ। ਘੋੜੀ ਨੇ ਦਰਵਾਜ਼ੇ ਵਾਲੇ ਪਾਸੇ ਜਾ ਕੇ ਆਪਣੇ ਅਗਲੇ ਪੈਰ ਗੋਡੇ ਥੱਲੇ ਲਾ ਕੇ ਜਿਹੜਾ ਸਿਰ ਝੁਕਾਇਆ ਹੈ, ਧੰਨ ਗੁਰੂ ਅਮਰਦਾਸ ਜੀ ਨੂੰ ਨਮਸਕਾਰ ਕੀਤੀ। ਔਰ ਨਮਸਕਾਰ ਕਰਨ ਤੋਂ ਬਾਅਦ ਫਿਰ ਉੱਚੇ ਹਿਣਕਦੀ ਹੈ ਕਿ ਜਿਵੇਂ ਧੰਨ ਗੁਰੂ ਅਮਰਦਾਸ ਕਹਿੰਦੀ ਹੋਵੇ ਕਿ ਸਤਿਗੁਰੂ ਜੀ ਤੁਸੀਂ ਧੰਨ ਹੋ। ਸੰਗਤ ਦੇਖ ਦੇਖ ਬਿਸਮਾਵੈ, ਇਹਾਂ ਨਾ ਸਤਿਗੁਰ ਕਹੂੰ ਦਿਸਾਵੈ। ਸੰਗਤ ਵੇਖ ਕੇ ਹੈਰਾਨ ਵੀ ਹੁੰਦੀ ਹੈ
कि बाबा बुढ़ा साहब जी का कहा हुआ बचन खाली तो कदे नहीं गया। पर घोड़ी जेड़े कोठे ते चार चफेरे घूम रही है, इत्थे आके नमस्कार भी जिवें करती है, हिड़कती भी है, पर गुरु साहब जी तो किते नज़र नहीं आते। फिर घोड़ी इत्थे क्यों रुक गई है? बड़वान है अब आके जावत, जन लक्ष्मीयत विष्णु बतावत। क्योंकि जदों घोड़ी पिंड बासर के रस्ते ते चलती सी, सारिਆਂ ਦੇ विचार ये सी गुरु साहब जी अपने पिंड विच चले गए ने, पिंड बासर के गए होने ने, बासर के गिला, पर ये पिंड तो पहला रुक गई, घोड़ी अगे जा नहीं रही। तो कवि संतोख सिंह ने इत्थे उदाहरण दी कि जिवें लक्ष्मी खलोती हो गई तो लक्ष्मी दसदी हो कि मेरा पति जिहड़ा है विष्णु है, जिहड़ा देवता है वो इस स्थान पर है। घोड़ी बिल्कुल उस तरह खलोगी। राज श्री पुरहत पूजनते, अब इस थल को नहीं तजनते। बस जिवें गुरु साहब जी को लभदे हुए घोड़ी आई तो गुरु साहब जी लभदे हो, वो घोड़ी इस थान छड्डदी नहीं, एक थान ते खलोगी। पिक बूढ़े सबको समझायो, यह कोठा किसको बनवायो। ये वेख के बाबा बुढ़ा साहब जी ने सारे नूं समझाया भी, नाले पूछया कि भाई ये कोठा किन्ने बनवाया है, क्योंकि कोई हवेली बहुत ही बाहर नहीं, कला पुट्ठा जिहा है, ये बनवाया किन्ने है। दर देखो न है पईयत आही, बड़वा रहे स्थिर होए पाही। बाबा बुढ़ा साहब जी कहते ने वेखो जरा दरवाजा तो किसी पासे नज़र नहीं आ रहा, पर घोड़ी जे इस थां ते खलोती है फिर कोई ना कोई तो गल है। प्रथम प्रकरमा इसके करे, दूर दूर चौं दिस मह फिरे। क्योंकि घोड़ी ने इस कोठे ते दूर दूर होकर पहलों परिक्रमा कीतियां ने, फिर इस स्थान पर आके रुकी है, तो कल्ले रुके भी ने, सारे के सामने ने इत्थे शीस भी नवाया है, अपना सिर भी झुकाया, हिड़क भी रही है। शीस झुकाए बंदना ठानी, तेरे अब रहे गुरु इस थानी। इन्हें सिर झुका के नमस्कार की, हुण इस थां ते जे ये रुक गई है तो बाबा बुढ़ा साहब जी कहते हैं फिर इहदा मतलब गुरु साहब जी इसे थां ते ने। तब कोष्ट के चौंदस फिरियो, दर को थिरियो निहारण करियो। फिर बाबा बुढ़ा साहब जी इस कोठे के चार चफेरे फिरे, परिक्रमा उन्होंने की। उस तरह दरवाजे के कोल आके दरवाजे को चंगी तरह वेख्या, क्योंकि अगे इट्टां लाइया हुई ने, कच्चियां इट्टां ने, गारा कोई नहीं लाया, बस दरवाजा बंद ही किया हुआ इट्टां नाल। अखर लिखे देख कर कहियो, सब आवो एक पता सुलहियो। और दरवाजे के उत्ते गुरु साहब जी ने वो किसी कच्चे रोड़े के नाल, किसी पीले रोड़े के नाल लिखिया हुआ सी। बाबा बुढ़ा साहब जी लोग अखर पढ़े और संगतां नूं आवाज़ मार के कहते हैं कि एक पता लगा भी निशानी मिली है, आके देखो। गुरु हाथ के लिखत दिखीजै, मैं अब पठवो सर्ब सुनीजै। बाबा बुढ़ा साहब जी सारे सिखां नूं कहंदे ने भाई ये जिहड़ी लिखाई है ना, ये अखर गुरु साहब के हत्थ दे लिखे हुए लगते हैं, और मैं इन्हां नूं पढ़ के तुहानूं सारिआं नूं सुणाउणा की लिखिआ है। गए ताए तिस देखियो जाए, पट करे अखर सो बृद्ध सुनाए। ये सुन के जिहड़े सिख सन धाग उस पासे नूं आए छेती दे नाल, और बाबा बुढ़ा साहब जी ने अखर फिर पढ़ के सुनाए कि जिथे लिखिया होया सी भाई इस दरवाजे नूं जिहड़ा खोलेगा मेरा सिख नहीं, इस दरवाजे नूं लंघ के जिहड़ा अंदर आएगा मैं उनका गुरु नहीं। आए इहां दर पार जो, हम नह गुरु सिख नह सो। वो दरवाजे के उत्ते लिखिया होया बाबा बुढ़ा साहब जी सुणाउंदे ने भाई इत्थे जिहड़ा आएगा आके दरवाजे नूं पाड़ेगा, इट्टां परां करेगा जां खोलेगा, मैं उन्हां दा गुरु नहीं, वो मेरे सिख नहीं। हलत पलत मैं है नहीं सहाई,
ਜੋ ਆਇਸ ਕੋ ਦੇ ਮਿਟਾਈ, ਉੱਤੇ ਲਿਖਿਆ ਹੋਇਆ ਸੀ ਜਿਹੜਾ ਸਾਡੀ ਆਗਿਆ ਨੂੰ ਮਿਟਾਏਗਾ, ਆਗਿਆ ਨੂੰ ਉਲੰਘੇਗਾ, ਅਸੀਂ ਨਾ ਇਸ ਮਾਤਲੋਕ ਵਿੱਚ ਨਾ ਪਰਲੋਕ ਵਿੱਚ ਉਹਦੇ ਸਹਾਇਕ ਨਹੀਂ ਹੋਣਾ। ਸੁਣ ਸੰਗਤ ਸਗਰੇ ਬਿਸਮਾਨੀ, ਕਿਮੁ ਕਹੇ ਜਾਏ ਨਹਿ ਬਾਨੀ। ਇਹ ਸੁਣ ਕੇ ਸੰਗਤ ਹੈਰਾਨ ਰਹਿ ਗਈ, ਜਿਵੇਂ ਕਹਿੰਦੇ ਨੇ ਹੱਕੀ ਬੱਕੀ ਰਹਿ ਗਈ ਕਿ ਹੁਣ ਕੁਝ ਨਹੀਂ ਕਿਹਾ ਜਾ ਸਕਦਾ, ਕਵੇ ਕੀ ਕਿ ਗੁਰੂ ਸਾਹਿਬ ਦਾ ਹੁਕਮ ਕਿਹੜਾ ਲੱਗੇ, ਕਿਹੜਾ ਆਪਣੇ ਆਪ ਨੂੰ ਕਵੇ ਕਿ ਮੈਂ ਗੁਰੂ ਦਾ ਸਿੱਖ ਨਹੀਂ, ਕਿਵੇਂ ਦਰਵਾਜ਼ਾ ਖੋਲੀਏ। ਆਣ ਗੁਰੂ ਕੇ ਉਲੰਘ ਨ ਸਕਈ, ਖਰੇ ਪਰਸ ਪਰ ਮੁਖ ਕੋ ਤੱਕੇ। ਕਿਉਂਕਿ ਗੁਰੂ ਸਾਹਿਬ ਦੇ ਆਗਿਆ ਨੂੰ ਉਲੰਘਣ ਦਾ, ਗੁਰੂ ਸਾਹਿਬ ਦੇ ਬਚਨਾਂ ਨੂੰ ਮੋੜਨ ਦਾ ਹੀਆ ਤੇ ਕੋਈ ਨਹੀਂ ਕਰਦਾ। ਬਸ ਸਿੱਖ ਜਿਹੜੇ ਨੇ ਆਪਸ ਵਿੱਚ ਇੱਕ ਦੂਜੇ ਦੇ ਮੂੰਹ ਵੱਲੇ ਵੇਖਦੇ ਨੇ, ਹੁਣ ਕਰੀਏ ਕੀ। ਜਾਣੇ ਜਾਏ ਜੁਗਤ ਨਹਿ ਕੋਈ, ਜਿਸਕੇ ਦਰਸ ਗੁਰੂ ਕਹੋ ਹੋਏ। ਬਸ ਸਿੱਖ ਬੋਲਦੇ ਵੀ ਨਹੀਂ, ਜਿਵੇਂ ਇੱਕ ਦੂਜੇ ਦੇ ਮੂੰਹ ਵੱਲੋਂ ਵੇਖ ਕੇ ਕਹਿੰਦੇ ਹੋ ਕਿ ਹੁਣ ਜੁਗਤ ਸਮਝ ਨਹੀਂ ਹੁੰਦੀ, ਕੀ ਕਰੀਏ। ਗੁਰੂ ਸਾਹਿਬ ਦੇ ਦਰਸ਼ਨ ਕਿਹੜੇ ਤਰੀਕੇ ਨਾਲ ਹੋਣ। ਚਿੰਤਾ ਮਨ ਹੈ ਕਰ ਤਬ ਸਾਰੇ, ਸ਼ਰਨ ਬ੍ਰਿਧ ਕੇ ਬਾਗ ਉਚਾਰੇ। ਸਾਰੇ ਬੜੀ ਚਿੰਤਾ ਵਿੱਚ ਆਏ, ਔਰ ਸਿੱਖਾਂ ਨੇ ਇੱਕ ਦੂਜੇ ਦੇ ਮੂੰਹ ਵੱਲ ਵੇਖ ਕੇ ਇਸ਼ਾਰੇ ਨੂੰ ਸਮਝ ਗਏ ਕਿ ਹੁਣ ਹੋਰ ਕੋਈ ਨਹੀਂ। ਬਾਬਾ ਬੁੱਢਾ ਸਾਹਿਬ ਦੀ ਸ਼ਰਨ ਵਿੱਚ ਫਿਰ ਬੇਨਤੀ ਕਰੋ, ਕਿਉਂਕਿ ਜੇ ਗੁਰੂ ਸਾਹਿਬ ਦੇ ਦਰਸ਼ਨ ਕਰਵਾ ਸਕਦੇ ਨੇ ਤੇ ਉਹ ਕੇਵਲ ਬਾਬਾ ਬੁੱਢਾ ਸਾਹਿਬ ਹੀ ਨੇ। ਇਹ ਕੌਤਕ ਸਭ ਆਪ ਦਿਖਾਏ, ਤੁਮ ਬਿਨ ਕਿਸ ਤੇ ਹੈ ਨਾ ਉਪਾਏ। ਔਰ ਸਿੱਖ ਇਹ ਵੀ ਜਾਣਦੇ ਨੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਨੇ। ਹੱਥ ਜੋੜ ਕੇ ਚਰਨਾਂ ਵਿੱਚ ਕਹਿੰਦੇ ਨੇ, ਬਾਬਾ ਜੀ ਇਹ ਕੌਤਕ ਤੇ ਤੁਸੀਂ ਆਪ ਹੀ ਵਿਖਾਇਆ, ਘੋੜੀ ਦਾ ਤੇ ਚਲੋ ਬਣਨਾ ਹੀ ਹੈ, ਤੁਹਾਡੇ ਤੋਂ ਬਿਨਾਂ ਹੋਰ ਅਗਲਾ ਉਪਾਅ ਵੀ ਜਿਹੜਾ ਹੋਰ ਕੋਈ ਨਹੀਂ ਕਰ ਸਕਦਾ। ਸਭ ਸੰਗਤ ਪਰ ਕਰਨਾ ਕਰੀਏ, ਆਪ ਯਤਨ ਕਰ ਗੁਰੂ ਦਿਖਰੀਏ। ਕਿਉਂਕਿ ਸਤਿਗੁਰੂ ਦੇ ਤੁਸੀਂ ਸਭ ਤੋਂ ਅਨਿਲ ਤੇ ਸਭ ਤੋਂ ਪਿਆਰੇ ਸਿੱਖ ਹੋ। ਤੁਹਾਡੇ ਤੇ ਗੁਰੂ ਦੀ ਕਿਰਪਾ, ਤੁਸੀਂ ਸਾਡੇ ਤੇ ਕਿਰਪਾ ਕਰੋ, ਸਾਰੀ ਸੰਗਤ ਤੇ ਕਿਰਪਾ ਕਰੋ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਾਓ, ਤੁਸੀਂ ਕਰਾ ਸਕਦੇ ਹੋ। ਸੁਣ ਵਿਚਾਰ ਬੁੱਢੇ ਤਬ ਕੇ ਨਸ, ਸਿੱਖਣ ਪਰ ਕਰੁਣਾ ਰਸ ਪੀਨਸ। ਇਹ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਵਿਚਾਰ ਵੀ ਕਰਦੇ ਨੇ। ਸੰਗਤਾਂ ਵੀ ਸੱਚੀਆਂ ਨੇ, ਸੰਗਤਾਂ ਤੇ ਪਰਉਪਕਾਰੀ ਹੈ, ਸੰਗਤਾਂ ਦੀ ਬੇਨਤੀ ਵੀ ਠੀਕ ਹੈ, ਪਰ ਗੁਰੂ ਸਾਹਿਬ ਦੇ ਹੁਕਮ ਦਾ ਜਿਹੜਾ ਹੈ ਉਹਦੀ ਉਲੰਘਣਾ ਵੀ ਨਹੀਂ ਕਰ ਸਕਦੇ। ਚਿਤਵਿਓ ਗੁਰ ਕੇ ਬਚਨ ਉਚਾਰਾ, ਹੋਏ ਦੋਸ ਜੇ ਖੁੱਲੇ ਦੁਆਰਾ। ਬਾਬਾ ਬੁੱਢਾ ਸਾਹਿਬ ਜੀ ਫਿਰ ਗੁਰੂ ਸਾਹਿਬ ਦੇ ਬਚਨਾਂ ਤੇ ਵਿਚਾਰ ਕਰਦੇ ਨੇ, ਲਿਖਿਆ ਹੋਇਆ ਦੁਬਾਰੇ ਫਿਰ ਪੜ੍ਹਦੇ ਨੇ ਕਿ ਗੁਰੂ ਸਾਹਿਬ ਜੀ ਨੇ ਤੇ ਇਹ ਲਿਖਿਆ, ਜਿਹੜਾ ਇਹ ਦਰਵਾਜ਼ਾ ਖੋਲ੍ਹੇਗਾ ਉਹ ਮੇਰਾ ਸਿੱਖ ਨਹੀਂ। ਇਹ ਤੇ ਨਹੀਂ ਕਿਹਾ ਜਿਹੜਾ ਸਾਡੇ ਦਰਸ਼ਨ ਕਰੇਗਾ ਉਹ ਸਿੱਖ ਨਹੀਂ। ਅਪਰ ਥਾਨ ਕੋ ਪਾਰਣ ਕਰੋ, ਤਾਹ ਨਹੀਂ ਇਹ ਦੋਸ ਨਿਹਰਹੂੰ। ਤੇ ਬਾਬਾ ਬੁੱਢਾ ਸਾਹਿਬ ਜੀ ਵਿਚਾਰ ਕਰਦੇ ਨੇ, ਫਿਰ ਆਪਾਂ ਪਿਛਲੇ ਪਾਸੋਂ ਪੁੱਟ ਲੈਂਦੇ, ਕਿਉਂਕਿ ਗੁਰੂ ਸਾਹਿਬ ਜੀ ਨੇ ਲਿਖਿਆ ਇਹ ਦਰਵਾਜ਼ਾ ਜਿਹੜਾ ਖੋਲ੍ਹੇਗਾ ਜਾਂ ਪੱਟੇਗਾ ਉਹ ਸਾਡਾ ਸਿੱਖ ਨਹੀਂ। ਗੁਰੂ ਸਾਹਿਬ ਦੇ ਬਚਨ ਵੀ ਨਹੀਂ ਮੋੜਦੇ ਤੇ ਪਿਛਲੇ ਪਾਸੋਂ ਜਾ ਕੇ ਆਪਾਂ ਪੱਟ ਲੈਂਦੇ ਆ। ਦਰਸ਼ਨ ਕਰਕੇ ਬਿਨਤੇ ਠਾਨੇ, ਸਭ ਅਪਰਾਧ ਸਿਮੈ ਹਿਤ ਜਾਣੇ। ਤੇ ਜੇ ਇਹਦੇ ਵਿੱਚ ਵੀ ਕੋਈ ਅਪਰਾਧ ਹੈ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਕੇ ਆਪਣਾ ਇਹ ਅਪਰਾਧ ਵੀ ਗੁਰੂ ਸਾਹਿਬ ਤੋਂ ਬਖਸ਼ਾ ਲਵਾਂਗੇ, ਕਿਉਂਕਿ ਸਤਿਗੁਰੂ ਜੀ ਤੇ ਬਖਸ਼ਣਦੇ ਨੇ, ਸਤਿਗੁਰੂ ਤੇ ਜਾਣਦੇ ਨੇ। ਹਿਰਦੈ ਧਿਆਨ ਤਾਰੇ ਬੰਧਨ ਕੀ ਨਸ, ਕੋਸ਼ਟ ਕੋ ਪਿਛਲੇ ਦਿਸ ਚੀਨਸ। ਸਤਿਗੁਰੂ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਕੇ ਮਨ ਹੀ ਮਨ ਵਿੱਚ ਅਰਦਾਸ ਕਰਕੇ ਬਾਬਾ ਬੁੱਢਾ ਸਾਹਿਬ ਦੇ ਦਰਵਾਜ਼ੇ ਵਾਲੇ ਪਾਸੋਂ ਪਹਿਲੋਂ ਤੇ ਹੱਥ ਜੋੜ ਕੇ ਉੱਥੇ ਮੱਥਾ ਟੇਕਿਆ, ਫਿਰ ਉੱਠੇ ਨੇ, ਉੱਠ ਕੇ ਬਿਲਕੁਲ ਦਰਵਾਜ਼ੇ ਦੇ ਪਿਛਲੇ ਪਾਸੇ, ਉਸ ਕੋਠੇ ਦੇ ਪਿਛਲੇ ਪਾਸੇ ਚਲੇ ਗਏ ਨੇ। ਉੱਥੇ ਜਾ ਕੇ ਨਿਸ਼ਾਨੀ ਆਪਣੇ ਨੂੰ ਲਾਈ, ਜਿੱਥੇ ਕਰਕੇ ਦਰਵਾਜ਼ਾ ਅਗਲੇ ਪਾਸੇ ਹੈ ਉੱਥੇ ਕਰਕੇ ਉਹਨੇ ਕੋ ਥਾਂ ਦੀ ਨਿਸ਼ਾਨੀ ਲਾਈ। ਤਾਂ ਜਾਏ ਕਰ ਏਟ ਉਖੇਰੇ, ਦੇਖਣ ਲੋਹ ਸੰਗ ਤਿਸ ਬੇਰੇ।
बस उतों को जाके बाबा बुढ़ा साहब जी ने तिखे लोहे की वो सब्बल लई है, राड़ लई है कि उतों 5-7 जी ईटा ने वो देड़ दी। गरे करे तह प्रवेशन जेते, संगत देखत अचरज सेते। क्योंकि कोठा भावें कच्चा सी, ईटा भावें कच्चियां सन, पर उस राड़ नाल वो भी ईटा एकदम उतों कड्ढणियां, इहदे विच जोर तो चाहिए है। और बाबा बुढ़ा साहब जी भावें ब्रह्म ज्ञानी ने, गुरु वालों ताकत सारिया ही ने, पर उन्होंने किरत भी इवें दी सी ना, हथ पैर भी खुले सन, जट जिमीदार सन। और गुरु घर में ये आके वो ही खेते के काम करते हैं, गौवां मझां नूं पालते हैं, आप पट्ठे उन्होंने बीजते हैं, वढ़ते हैं, वढाउंदे हैं। जिहड़ी कार सेवा है वो पूरे जोर की करते हैं। और वो जोर उत्थे काम आउंदा है कि सब्बल दे नाल, उस राड़ दे नाल छेती नाल तो इट्टां कढ़दे ने। ये वेख के संगत हैरान भी हो रही है। पश्चिम दिस में कोष्ठ द्वारा, पूर्व दिशा पार को पारा। कोठे का दरवाजा पश्चिम वाले पासे सी, और बाबा बुढ़ा साहब जी ने पूर्व वाले पासों जो पाड़ पा दिता, जिन्हों शब्द वरत्या जाता कि सन ला ली। सन शब्द वैसे चोरा नहीं वरत्या जाता कि जोड़े चोर पाड़ के कितने सन लाते हैं, पर इस सन में तो उस चोरी के सन में बड़ा फर्क है। ये सन सिखां के परोपकार वास्ते है, गुरु साहब के दर्शनों की तांग रख के लाई गई है। अंतर धीरज धार प्रवेशा, पिखे गुरु तब मनो हमेशा। जदों 5-7 ईटा पाड़ियां, धन गुरु अमरदास महाराज सच्चे पातशाह जी की पिठ बाबा बुढ़ा साहब जी नजर आई। 5-7-10 ईटा होर उतों लाइए, लंघण जो राह बनाया। बाबा बुढ़ा साहब जी अंदर चले गए, आसन लाए समाध अगाधा। ब्रह्म रूप एक अचल अबाधा। धन गुरु अमरदास सच्चे पातशाह जी समाधि ला के अगाध दे विच जुड़े रहे, तो अगाध ही समाधि लाई है। ईटा किसी ने पाड़िया ने, पट्टिया ने, कुछ पता नहीं, अपने निज स्वरूप दे विच टिके हुए ने। अंग अडोल टिके जग स्वामी, कोट बरख जिम शिव निष्कामी। कि गुरु साहब जी के अंग बिल्कुल अडोल ने, कोई अंग हिलदा नहीं, पद्मासन ला के बैठे ने, तो इवें बैठे ने जिवें करोड़ों साल की कितने समाधि लगी हो, हिल जुल बिल्कुल नहीं सी। पद अरबिंद बंदना धारे, कर स्पर्श कर थ्रियो अगारे। बाबा बुढ़ा साहब जी सतगुरु के सामने आए, गुरु साहब के चरणों के विच सिर रख के, हथ जोड़ के, हथ गुरु साहब के चरणों ला के बाबा बुढ़ा साहब जी ने नमस्कार की, मत्था टेकिया। तो जदों हथ स्पर्श किते ने, शुभ तड़ा हाथ समाध विराम। खुले बलोचन कृपा सो धाम। हथ चरणों के नाल स्पर्श करदे नाल धन गुरु अमरदास जी समाधि तो बाहर आ गए। कृपा ते घर सतगुरु जी के नेत्र खुल गए। देख बृद को बाक उचारा, किम तै टारियो हुक्म हमारा। बाबा बुढ़ा साहब जी वाल वेख के धन गुरु अमरदास जी कहते हैं, भाई बुढ़ा जी तुसी भी साडे हुक्म नूं टाल दिता है, तुसी भी साडे बचनों नूं नहीं मन्निया। क्योंकि बाबा बुढ़ा साहब जी नूं गुरु साहब ने अगे जाके बचन भी कहने ने कि बाबा बुढ़ा साहब जी सिक्खी की हद ने, इस तो अगे सिक्खी कोई नहीं हो सकती। तो जे एडा वड्डा सिख हो के गुरु के बचन टालते, फिर गुरु साहब जी सवाल करते हैं, फिर तो सामने लिखिया नहीं कि यह दरवाजा खोलेगा तो साडा सिख नहीं, असीं तेरे गुरु नहीं, साडे हुक्म नूं टाल दिता जे। सिरे गुर हम नह आए सटारे, ताजदार फोरियो द्वार पिछारे। बाबा बुढ़ा साहब जी के हाथ जुड़े हैं निमरता दे विच, कहते सतगुरु जी आप जी का दास हाँ, सिख हाँ, तो साडी हिम्मत किवें हो सकती आप जी का हुक्म असीं टाल जाइए, ना मनीए। देखो दरवाजा सामने बंद है,
सतगुरु जी तुसीं लिखिया सी ये दरवाजा जिहड़ा खोलेगा वो साडा सिख नहीं। मैं तो पिछों दी आया जी, कंध नूं पाड़ के आया। सब सिखण मन व्याकुल हेरा, दुरे आप कर जगत अंधेरा। सतगुरु जी देखो बाहर सिख सारे व्याकुल होए बैठे ने, कल दे आपदे दर्शन नहीं हुए। जगत विच ते इस तरह है, सिखां विच ते इस तरह जिवें सूरज दिन विच ही डुब गया होवे, जिवें सिखां दे जीवन विच हनेरा ही हो गया होवे। सिख बड़े व्याकुल सन। यह बिद क्यों कर बड़े गुसाई, छपो आप संगत दुख पाई। सतगुरु जी ये तुहानूं किवें बनदा है कि आप जी इत्थे आके आनंद विच जुड़ जाओ, छिप जाओ, ते आप जी ते सिख जिहड़े दिन दुखी हो। सर्ब शक्त जुत समरथ पूरण, चहो जे चित महै कर हो तूरण। बाबा बुढ़ा साहब जी कहते हैं सतगुरु जी तुसीं सारे शक्तियां दे मालक हो, क्योंकि बचन तां कह रहे ने बाबा दातू जी ने लत्त मारी सी, कह दिता सी उठ के चले जाओ। तुसीं ते जो कुछ मन दे विच विचार भी करो, थोड़ा जिहा बचन भी करो, वो अगाध बोध ते सजा अटल है। तो फिर दुनिया तो लुक के तुहानूं इत्थे रहण दी की लोड़ है। तेज लोक पर हुक्म तुम्हारा, बैठो तुम किसते डर धारा। सतगुरु जी तिन्ना लोकां दे विच तुहाडा हुक्म चलदा है। भावें दातू जी गुरु दे पुत्र ने, पर जे माड़ा काम है तो माड़ा ही है। तो इवें तो लोगों तो तुहानूं काहदा डर है। निकसो वहर दिखावो दर्शन, कर है संगत पायन परसन। बाबा बुढ़ा साहब जी हाथ जोड़ते हैं कि सतगुरु जी कृपा करो, बाहर निकलो, सिख संगत नूं बाहर जाके दर्शन दो। श्री अंगद के सिमरो सिखिया, नाम जपाए करो सिख रखिया। और नाले बाबा बुढ़ा साहब जी कहते हैं सतगुरु जी सिमरन करो, धन गुरु अंगद देव जी के बचनों का। उन्होंने कहा सी ना कि नाम जपाए करो सिख रखिया, आप जपो अवरा नाम जपाओ, भावें गुरु अर्जन देव जी के बचन ने। पर गुरु अंगद देव जी कह के गए सन नाम जपाओ, सिक्ख्या की रखिया तुसी करनी है। सुनत भये श्री अमर प्रसन्न, कहो ब्रत को तुम बहु धन। ये सुन के धन गुरु अमरदास महाराज जी हस पे, ते हस के कहते ने भाई बुढ़ा जी तुसी धन हो, तुहाडी सिक्खी धन है। परोपकार हित सब करियो, सिक्खे को अस्तंभ है विथरियो। भाई बुढ़ा जी तुसी सिक्खी दे थंब हो, तुसी सिखां दे परोपकार ने सारा कुछ किया है। मस्तर पावक जवलत महाना, इंधन धीरज ज्ञान रो ध्याना। हुण धन गुरु अमरदास जी बचन कर रहे हैं कि भाई बुढ़ा जी तुहाडे विच धीरज भी है, ज्ञान भी है, ध्यान भी है, पर तुहाडे अंदर मत्सर पावक जवलत महाना, ये जिहड़ी ईरखा की अग लोकां विच बलदी है ना, ये ईरखा वाली अग, द्वैश वाली अग तुहाडे नेड़े कदे नहीं आ सकती। पिछताने आस दुखदाई, बुरे नाराज त्रिलोके पाए। ये तो सतगुरु जी कहते हैं पर आदमखोर जिहड़ा मनुख है, निंदक है, वो दुखदाई है। वो त्रिलोके का राज भी पा लवे ना तो भी कदे सुखी नहीं होएगा। ब्रह्मादक जिन जीते सारे, कलयुग के नारे कौन विचारे। धन गुरु अमरदास महाराज सच्चे पातशाह कहते हैं भाई बुढ़ा जी तुसी वो ब्रह्म ज्ञानी हो जिन्हों ने ब्रह्म आदक सारे नूं जित लिया है। तो ये कलयुग के जिहड़े जीव ने, मनुख ने, ये तो विचारे की ने। तुसी इंद्रजीत हो, तुसी ब्रह्मजीत हो, तुसी ब्रह्म के रूप हो। तिसको बहु कुचाल, तिसको त्रास बिलोक बिसाला। आन छपे कोष्ट इस काला।
तो बाबा बुढ़ा साहब जी कहते हैं सतगुरु जी फिर तुहानू किहदा डर सी कि तुसी इत्थे आके छुप गए इस हनेरी कोठी दे विच। सुन बृत ने पुन बाक बखाने सब कौतम तुम न यह ठाने। बाबा बुढ़ा साहब जी कहते हैं सतगुरु जी ये कौतुक तो तुसी सारे आप ही रचे ने, दातू दे की हिम्मत से आप जी नूं लत्त मार जाता। दातू का कितने फुरना बनना सी कि वो चल के गोविंदवाल साहब आ भी जाता। ये कौतुक तुसी सारा आप किता, प्रेरणा आप दी, आप मनुखों की तरह ये विखाया कि असी आम मनुखों की तरह जीवन जी रहे हैं। ये करण कराने वाले तो सारा कुछ आप ही होना। अपने लीला आप निहार हो, किसे पावो किसे संघारो। सतगुरु जी ये तुसी आप ही लीला रचते हो, अपनी लीला को फिर आप ही वेखते हो। तुसी समर्थ हो, जिन्हों चाहो एक बचन दे विच खत्म कर सकते हो, जिन्हों चाहो वो खत्म होए नूं तुसी संसार विच दोबारे पैदा कर सकते हो। सब जीवन के जीव विसाला, देहो जीव का तुम सब काला। ते केवल सतगुरु जी मनुख ही नहीं, 84 लाख जिन्ने भी जीव ने ते केवल इस मातलुक ने तिन्ना लोकां दे विच जिन्ने भी जीव ने सारिਆਂ ਨੂੰ जीविका देने वाले रोजी देने वाले तुसी आप हो। संगत व्याकुल अपनी जानो, दर्शन देहो कष्ट को हानो। सतगुरु जी आप जी की संगत आप जी के दर्शनों लिए बड़ी व्याकुल है। किरपा करो उन्हों की व्याकुलता को दूर करो, संगत को दर्शन दो। तरे कामना पूर्ण करिए, बिरद कृपाल सदैव विचरिए। सतगुरु जी आप जी का बिरद कृपा करना है, अपने उस बिरद को अपने सुभाव को संभालो। जिहड़ियां सिख संगतां कामना लैके आईयां ने उन्हां दी कामनावां पूरीआं करो। बिनते सुन के बाक उचारा, उठो आप अब खोलो द्वारा। ये सुन के धन गुरु अमरदास जी फिर मुस्कुराते हैं कि भाई बुढ़ा जी फिर आप ही उठो, इस दरवाजे को तुसी आप ही खोलो। दरवाजे के बाहरले पासे लिख के लाया सी कि जेड़ा खुलेगा साडा सिख नहीं। हुण गुरु साहब जी कहते हैं भाई तुसी आप ही फिर संगतां ते कृपा करो, दरवाजे को आप ही खोलो। संगत को दरसाओ भलेरे, यह उपकार होए सब तेरे। सतगुरु जी कहते हैं भाई बुढ़ा जी फिर करा दो संगतां नूं दर्शन, ये संगतां ते तुहाडा ही परोपकार है। सुन के बृद्ध बिलंद आनंदेओ, तोरण उठ्यो गुरु पद बंदेओ। ये सुन के बाबा बुढ़ा साहब जी बड़े प्रसन्न हुए, गुरु साहब का हुक्म सुनिया। उस वेले बाबा बुढ़ा साहब जी उठे ने, टाहे एटका खोलियो द्वारा, सब संगत को तबे हकारा। बाबा बुढ़ा साहब जी ने दरवाजे में लगिया हुई ईटा वो तो हटा दी है। सारी संगत को आवाज़ मारी कि भाई आ जाओ कर लो गुरु साहब के दर्शन। दिक्कत होते सुन बृद की आज्ञा, हरकत भई प्रेम रस भाग्या। बाबा बुढ़ा साहब जी की आग्ञा लैके बाबा बुढ़ा साहब की आवाज़ सुन के सिख संगतां बड़ियां प्रसन्न हुई ने। प्रेम दे विच प्रेम के रस विच संगतां भिज गई ने। हुम बहो हमाए संगत सब आई, भई पेर तह थाओ न पाई। संगत एकदम हुम हबा के आई, भई भीर तह थाओ न पाई, क्योंकि कोठा ही सी ना जी। तो कोठा किड्डा होएगा, 15 फुट का नहीं तो 20 होएगा, 18 होएगा। संगत ज़्यादा से अंदर संगत को था ही नहीं मिली। पद पंकज परसे कर बंदै, दरसे सतगुर हृदय आनंदे। पर संगतां जिन्नियां अगे जांदियां ने गुरु साहब के चरणों च नमस्कार करदियां ने, गुरु साहब के दर्शन कर करके प्रसन्न हो रही ने। तरे उपायन प्रेम बधावे, जय जयकार उचार सुनावे। सिख संगतां गुरु साहब के चरणों च भेटा रखदियां ने, जय जयकार बोल रही ने। सब संगत बैठे हर खाए, भेटन को अंबार लगाए। सिख संगतां दर्शन कर करके बाहर बैठ रही ने और उस वेले जिहड़ियां भेटावां सन उन्हां दे ढेर लग गए।
सबन सुनाए गुरु तब कहियो, ਇਹ ਉਪਕਾਰ ਸੋ ਬੁੱਢੇ ਲਹਿਓ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਫਿਰ ਸਾਰੀਆਂ ਸੰਗਤਾਂ ਨੂੰ ਸੁਣਾ ਕੇ ਕਿਹਾ, ਭਾਈ ਸਿੱਖੋ, ਇਹ ਉਪਾਰਪਕ ਉਪਕਾਰ ਜਿਹੜਾ ਹੈ ਨਾ, ਇਹ ਭਾਈ ਬੁੱਢਾ ਜੀ ਨੇ ਕਮਾਇਆ ਹੈ। ਖੇਤ ਬੜੋ ਨਿਜ ਤਨ ਪਰ ਲੀਨਾ, ਨਿਕੋ ਹਿਤ ਸੰਗਤ ਕੋ ਕੀਨਾ। ਸਤਿਗੁਰੂ ਕਹਿੰਦੇ ਨੇ ਭਾਈ ਬੁੱਢਾ ਜੀ ਨੇ ਆਪਣੇ ਸਰੀਰ ਤੇ ਦੇਖੋ ਕਿੱਡਾ ਦੁੱਖ ਚੱਲਿਆ ਹੈ, ਚੱਲ ਕੇ ਵੀ ਆਏ, ਪਿੱਛੋਂ ਸੰਨ ਵੀ ਲਾਈ, ਪਾੜਿਆ ਵੀ, ਕੋਈ ਇੱਟਾਂ ਵੀ ਖੋਲ੍ਹੀਆਂ, ਤੇ ਇਹ ਭਲੇ ਦੇ ਵਾਸਤੇ, ਸੰਗਤਾਂ ਦੇ ਭਲੇ ਵਾਸਤੇ ਬੜਾ ਚੰਗਾ ਕੰਮ ਕੀਤਾ ਹੈ। ਇਸ ਕੋ ਪਾਰ ਦਿਓ ਦਰਸਾਵੈ, ਸੋ ਨਾਰਜਮ ਕੋ ਵਿਖਣ ਨ ਪਾਵੈ। ਇੱਥੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਭਾਈ ਇਹ ਜਿਹੜਾ ਪਾੜ ਭਾਈ ਬੁੱਢਾ ਜੀ ਨੇ ਪਾਇਆ ਹੈ ਨਾ, ਇਸ ਪਾੜ ਦੇ ਵਿੱਚੋਂ, ਇਸ ਰਸਤੇ ਦੇ ਥਣੀ ਜਾਂ ਇਸ ਸੰਨ ਦੇ ਥਣੀ ਜਿਹੜਾ ਲੰਘ ਕੇ ਅੰਦਰ ਆਵੇਗਾ ਨਾ, ਉਹਨਾਂ ਨੂੰ ਜਮਾਂ ਦਾ ਮੂੰਹ ਨਹੀਂ ਵੇਖਣਾ ਪਏਗਾ। ਇਹ ਸੰਗਤ ਕੋ ਬੋਹਿਤ ਭਾਰਾ, ਭੌਜਲ ਤੇ ਕਰ ਹੈ ਨਿਸਤਾਰਾ। ਅਸਲ ਵਿੱਚ ਉਹ ਇੱਕ ਕੰਧ ਨੂੰ ਪਾੜ ਨਹੀਂ ਸੀ, ਉਹ ਗੁਰੂ ਸਾਹਿਬ ਦੇ ਦਰਸ਼ਨ ਕਿਵੇਂ ਕਰਨੇ ਨੇ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਢੰਗ, ਇੱਕ ਤਰੀਕਾ ਸਮਝਾਇਆ ਹੈ ਕਿ ਦੇਖੋ, ਇਵੇਂ ਦੇ ਕੰਧ, ਇਵੇਂ ਦਾ ਦਰਵਾਜ਼ਾ ਸਾਡੇ ਮਨਾਂ ਦੇ ਅੰਦਰ ਹੈ, ਹੋਣੇ ਵਾਲਾ, ਭਰਮ ਵਾਲਾ, ਵੀ ਉਸ ਦਰਵਾਜ਼ੇ ਨੂੰ ਲੰਘ ਕੇ ਅੰਦਰ ਪਹੁੰਚੋ। ਬਾਬਾ ਬੁੱਢਾ ਸਾਹਿਬ ਜੀ ਨੇ ਪਰਉਪਕਾਰ ਕੀਤਾ ਹੈ, ਔਰ ਗੁਰੂ ਰੱਬ ਸਾਡੇ ਤੋਂ ਕਦੇ ਦੂਰ ਨਹੀਂ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਚਨ ਕਹਿੰਦੇ ਨੇ ਕਿ ਇਹ ਭਾਈ ਬੁੱਢਾ ਜੀ, ਇਹ ਸੰਗਤ ਕੋ ਬਹੁਤ ਭਾਰਾ, ਸੰਗਤ ਵਾਸਤੇ ਬੜਾ ਵੱਡਾ ਜਹਾਜ਼ ਹੈ, ਤੇ ਬਾਬਾ ਬੁੱਢਾ ਜੀ ਦੇ ਇਸ ਜਹਾਜ਼ ਤੇ ਜਿਹੜਾ ਚੜ੍ਹੇਗਾ, ਭੌਜਲ ਤੇ ਕਰਹਿ ਨਿਸਤਾਰਾ, ਇਸ ਭਵ ਸਾਗਰ ਤੋਂ ਉਹਨਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਪਾਰ ਕਰਨਗੇ। ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਲਏਗਾ, ਉਹਦਾ ਪਾਰ ਉਤਾਰਾ ਹੋਵੇਗਾ। ਸਿੱਖੀ ਅਵਦ ਨਾ ਇਸ ਤੇ ਪਰੈ, ਇਹ ਸਿੱਖੀ ਦੀ ਹੱਦ ਹੈ। ਦੇਖੋ, ਜਿਵੇਂ ਪਾਣੀ ਦੀ ਹੱਦ ਸਮੁੰਦਰ ਹੁੰਦਾ ਹੈ, ਸਮੁੰਦਰ ਤੋਂ ਅੱਗੇ ਤੇ ਕੁਝ ਨਹੀਂ ਨਾ। ਸਿੱਖੀ ਦੇ ਰਾਹ ਤੇ ਚੱਲਣਾ ਤੇ ਬਾਬਾ ਬੁੱਢਾ ਸਾਹਿਬ ਜੀ ਸਿੱਖੀ ਦੀ ਹੱਦ ਨੇ, ਇਸ ਤੋਂ ਅੱਗੇ ਸਿੱਖੀ ਨਹੀਂ ਹੋ ਸਕਦੀ। ਨਾਮ ਲਏ ਗਣ ਬਿਗਣ ਸੋ ਹਰੈ। ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਨਾਮ ਲਏਗਾ, ਉਹਦੇ ਸੰਸਾਰ ਦੇ ਵਿੱਚ ਕਈ ਤਰ੍ਹਾਂ ਦੇ ਵਿਘਨ ਜਿਹੜੇ ਨੇ, ਉਹ ਬਾਬਾ ਬੁੱਢਾ ਸਾਹਿਬ ਜੀ ਦੂਰ ਕਰ ਦੇਣਗੇ। ਬ੍ਰਿਧ ਨੇ ਕਹਿਓ ਤਰੰਗਣ ਖਰੇ, ਜਿਸ ਨੇ ਰਾਵਰ ਕੇ ਸੁਧ ਕਰੇ। ਜਦੋਂ ਧੰਨ ਗੁਰੂ ਅਮਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਵਡਿਆਈ ਸਿੱਖਣ ਨੂੰ ਦੱਸ ਰਹੇ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਵਿੱਚੋਂ ਗੱਲ ਰੋਕ ਦਿੱਤੀ ਕਿ ਨਹੀਂ ਸਤਿਗੁਰੂ ਜੀ, ਮੇਰੀ ਵਡਿਆਈ ਥੋੜ੍ਹੀ ਹੈ, ਇਹ ਤੇ ਆ ਬਾਹਰ ਘੋੜੀ ਖੜੀ ਹੈ, ਜਿਹਨੇ ਤੁਹਾਡਾ ਐਡਰੈਸ ਸਾਨੂੰ ਪ੍ਰੂਫ ਕਰਕੇ ਵਿਖਾਇਆ ਹੈ, ਇਹ ਡਾਕੀਆ ਤੇ ਬਾਹਰ ਹੈ, ਇਸ ਐਡਰੈਸ ਤੇ ਘੋੜੀ ਲੈ ਕੇ ਆਈ, ਜਿਹਨੇ ਸਾਨੂੰ ਖਬਰ ਸਾਰ ਦਿੱਤੀ ਹੈ। ਉਠੋ ਅਰੂੜੋ ਚਲੋ ਕਿਰਪਾਲਾ, ਸਦਨੇ ਆਪਣੇ ਗੋਬਿੰਦ ਵਾਲਾ। ਧੰਨ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਸਤਿਗੁਰੂ ਕੋਈ ਕਿਰਪਾ ਕਰੋ, ਹੁਣ ਉੱਠੋ, ਘੋੜੀ ਤੇ ਸਵਾਰ ਹੋ, ਆਪਣੇ ਨਗਰ, ਆਪਣੇ ਘਰ ਗੋਬਿੰਦਵਾਲ ਸਾਹਿਬ ਚੱਲੋ। ਤਬ ਸ੍ਰੀ ਗੁਰੂ ਨਿਗਸੇ ਤਿਸ ਬਾਹਰ, ਖਰੇ ਪਏ ਦੇ ਦਰਸ਼ਨ ਜਾਹਰ। ਉਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉੱਠ ਕੇ ਦਰਵਾਜ਼ੇ ਤੋਂ ਬਾਹਰ ਆਏ, ਕੋਠੇ ਤੋਂ ਬਾਹਰ ਆਏ। ਅੰਦਰ ਹਨੇਰਾ ਵੀ ਸੀ, ਥਾਂ ਥੋੜ੍ਹੀ ਸੀ, ਬਾਹਰ ਖੁੱਲ੍ਹੇ ਦਰਸ਼ਨ ਦੇ ਦਾਰੇ ਸੰਗਤਾਂ ਨੂੰ ਦਿੱਤੇ। ਆਏ ਤੁਰੰਗਣ ਸੀਸ ਨਿਵਾਵਾ, ਫੁਰਕਾਵਤ ਹਿਰਦਾ ਹਰਕਾਵਾ। ਜਦੋਂ ਗੁਰੂ ਸਾਹਿਬ ਜੀ ਘੋੜੀ ਦੇ ਨੇੜੇ ਆਏ, ਘੋੜੀ ਨੇ ਫਿਰ ਉਸੇ ਤਰ੍ਹਾਂ ਸੀਸ ਗੁਰੂ ਸਾਹਿਬ ਦੇ ਚਰਨਾਂ 'ਚ ਝੁਕਾਇਆ, ਫਿਰ ਫੁਲਕਾਰਾ ਮਾਰਿਆ ਕਿ ਬੋਲ ਤੇ ਨਹੀਂ ਸਕਦੇ, ਪਰ ਫੁਲਕਾਰਾ ਇਹ ਕਹਿ ਰਹੇ ਸੀ ਕਿ ਧੰਨ ਗੁਰੂ ਅਮਰਦਾਸ ਜੀ। ਤਬ ਸ੍ਰੀ ਅਮਰ ਫੇਰ ਕਰ ਹਾਥ, ਚੜੇ ਸਿਮਰ ਸ੍ਰੀ ਨਾਨਕ ਨਾਥ। ਤੇ ਘੋੜੀ ਵੀ ਕਿੰਨੇ ਕੁ ਭਾਗਾਂ ਵਾਲੀ ਹੋਏਗੀ, ਗੁਰੂ ਸਾਹਿਬ ਜੀ ਨੇ ਉਸ ਘੋੜੀ ਦੇ ਹੱਥ ਫੇਰਿਆ, ਉਹਨੂੰ ਪਿਆਰ ਕੀਤਾ। ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿ ਕੇ, ਗੁਰੂ ਨਾਨਕ ਸਾਹਿਬ ਦਾ ਸਿਮਰਨ ਕਰਕੇ ਉਸ ਘੋੜੀ ਤੇ ਸਵਾਰ ਹੋਏ ਨੇ। ਸੁੰਦਰ ਗਾਤੇ ਬੜਵਾ ਤਬ ਚਲੈ, ਸੰਗਤ ਚਲਤ ਸੰਗ ਸਭ ਮਿਲੈ। ਘੋੜੀ ਦੇ ਲਗਾਮ ਨੇ ਪੜੀ, ਘੋੜੀ ਸੋਹਣੀ ਚਾਲ ਹੌਲੀ ਹੌਲੀ ਚੱਲਦੀ ਹੈ, ਸੰਗਤ ਪਿੱਛੇ ਪਿੱਛੇ ਆ ਰਹੀ ਹੈ।
ਭਾਏ ਪ੍ਰਿਤਰ ਕਾਬ ਤਬ ਗਹੇ, ਸਭਨੇ ਆਸ ਸੋਪ ਤਬ ਲਹੇ। ਸਤਿਗੁਰੂ ਜੀ ਘੋੜੀ ਤੇ ਚੜੇ ਨੇ, ਘੋੜੀ ਚੱਲੀ ਹੈ। ਭਾਵੇਂ ਆਪਣੇ ਆਪ ਚੱਲਦੇ ਸੀ, ਪਰ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਘੋੜੀ ਦੀ ਰਕਾਬ ਫੜ ਲਈ। ਸਾਰਿਆਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਅੱਗੇ ਨੇ, ਸਤਿਗੁਰੂ ਜੀ ਘੋੜੀ ਤੇ ਨੇ। ਆਨੰਦ ਉਦਤ ਕੇ ਉਠੇ ਤਰੰਗੈ, ਜਿਮ ਸਭ ਜਾਤ ਚਲੇ ਗੁਰ ਸੰਗੈ। ਸਾਰੀ ਸੰਗਤ ਸਤਿਗੁਰੂ ਦੇ ਨਾਲ ਚੱਲ ਰਹੀ ਜੀ, ਸਾਰੇ ਪਾਸੇ ਆਨੰਦ ਦੇ ਵਾਜੇ ਵੱਜ ਗਏ। ਚੱਲ ਆਏ ਇਮ ਗੋਬਿੰਦਵਾਲ, ਸਭ ਨੇ ਉਤਸਵ ਕੀਨ ਵਿਸਾਲ। ਗੁਰੂ ਸਾਹਿਬ ਜੀ ਗੋਬਿੰਦਵਾਲ ਸਾਹਿਬ ਆਏ, ਸਾਰਿਆਂ ਨੇ ਬੜੀਆਂ ਖੁਸ਼ੀਆਂ ਮਨਾਈਆਂ। ਦੀਪਮਾਲ ਸਗਲੇ ਪੁਰ ਹੋਏ, ਦਰਸ਼ਨ ਕੋ ਆਏ ਸਭ ਕੋਏ। ਸਾਰੇ ਨਗਰ ਦੇ ਵਿੱਚ ਦੀਪਮਾਲਾ ਕੀਤੀ ਗਈ, ਸਾਰੇ ਨਗਰ ਨੇ ਖੁਸ਼ੀਆਂ ਮਨਾਈਆਂ। ਮਦਰ ਪ੍ਰਸ਼ਾਦ ਭਇਓ ਸਮੁਦਾਇ, ਵਰਤਤ ਸੰਗਤ ਸਗਨ ਕਸ ਕਸ ਆਏ। ਸਾਰੀਆਂ ਸੰਗਤਾਂ ਨੇ ਪ੍ਰਸ਼ਾਦ, ਮਿੱਠਾ ਪ੍ਰਸ਼ਾਦ ਵੰਡਿਆ, ਛਕਿਆ ਛਕਾਇਆ, ਖੁਸ਼ੀਆਂ ਮਨਾਈਆਂ। ਇਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵਾਪਸ ਪ੍ਰਗਟ ਹੋ ਕੇ ਗੋਬਿੰਦਵਾਲ ਸਾਹਿਬ ਪਹੁੰਚਦੇ ਨੇ। ਇੱਥੇ ਕਵਿਰਾਜ ਨੇ ਇਹ ਅਧਿਆਇ ਵੀ ਖਤਮ ਕੀਤਾ ਹੈ। ਸਮਾਂ ਵੀ ਸਮਾਪਤ ਹੈ, ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ ਵਾਹਿਗੁਰੂ।